ਮਨੁੱਖ ਦੀ ਜ਼ਿੰਦਗੀ ਦਾ ਮੁੱਦਾ ਹੈ ਸੱਚ ਤੱਕ ਪਹੁੰਚਣਾ। ਮਨੁੱਖ ਇਸ ਮਨੁੱਖ ਜਨਮ ਵਿੱਚ ਜਿਹੜਾ ਆਇਆ ਹੈ, ਇਹ ਸੱਚ ਤੱਕ ਪਹੁੰਚਣ ਦਾ ਇੱਕ ਵਸੀਲਾ ਹੈ, ਇੱਕ ਉਪਰਾਲਾ ਹੈ, ਇੱਕ ਮੌਕਾ ਹੈ। ਇਸ ਮੌਕੇ ਤੋਂ, ਇਸ ਵਸੀਲੇ ਤੋਂ ਲਾਭ ਉਠਾਉਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਆਦ ਬਾਣੀ ਹੈ ਜਪਜੀ, ਇਹ ਪੌੜੀਆਂ ਦੀ ਬਾਣੀ ਹੈ, ਪੌੜੀਆਂ ਜ਼ੀਨਾ। ਔਰ ਇਤਨੀ ਗੱਲ ਸਪਸ਼ਟ ਹੈ, ਪੌੜੀ ਬਣਾਈ ਜਾਂਦੀ ਹੈ ਉੱਪਰ ਚੜ੍ਹਨ ਵਾਸਤੇ। ਤੋ 38 ਪੌੜੀਆਂ ਨੇ ਜਪਜੀ ਸਾਹਿਬ ਦੇ ਤੇ 2 ਸ਼ਲੋਕ ਨੇ। ਇੱਕ ਪਹਿਲਾ ਸ਼ਲੋਕ ਹੈ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇਹ ਸ਼ਲੋਕ ਹੈ। ਇੱਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਵੀ ਸ਼ਲੋਕ ਹੈ। ਇਹਨਾਂ 2 ਸ਼ਲੋਕਾਂ ਦੇ ਵਿਚਕਾਰ 38 ਪੌੜੀਆਂ ਨੇ। ਔਰ ਇਹ ਪੌੜੀਆਂ ਇਸ ਵਾਸਤੇ ਨੇ ਕਿ ਮਨੁੱਖ ਸੱਚ ਤੱਕ ਪਹੁੰਚ ਸਕੇ। ਪੌੜੀ ਦਾ ਮਤਲਬ ਹੈ ਚੜ੍ਹਨਾ। ਤੇ ਮੈਂ ਅਰਜ਼ ਕੱਲ ਕੀਤੀ ਸੀ ਕਿ ਪਰਮਾਤਮਾ ਦਾ ਮਾਰਗ, ਗੁਰੂ ਦਾ ਮਾਰਗ, ਗੁਰੂ ਦਾ ਪੰਥ ਮੈਦਾਨੀ ਰਸਤਾ ਨਹੀਂ, ਜ਼ਮੀਨੀ ਰਸਤਾ ਨਹੀਂ ਹੈ, ਇਹ ਪਹਾੜੀ ਰਸਤਾ ਹੈ। ਇਹ ਚੜ੍ਹਨਾ ਪੈਣਾ। ਤੇ ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ, ਇਸ ਤਰ੍ਹਾਂ ਜ਼ਿੰਦਗੀ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ, ਸੁਰਤ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ। ਇਹ ਉੱਪਰ ਚੜ੍ਹ ਸਕੇ, ਕੁਝ ਸਹਾਰੇ ਚਾਹੀਦੇ ਨੇ, ਕੁਝ ਆਸਰੇ ਚਾਹੀਦੇ ਨੇ। ਸਤਸੰਗ ਆਸਰਾ ਹੈ, ਕਥਾ ਕੀਰਤਨ ਆਸਰਾ ਹੈ, ਗੁਰੂ ਦੀ ਟੇਕ, ਗੁਰੂ ਦਾ ਭਰੋਸਾ, ਗੁਰੂ ਦੀ ਸਿਦਕ ਔਰ ਗੁਰਦੁਆਰੇ ਆਣਾ ਇੱਕ ਬਹੁਤ ਵੱਡਾ ਆਸਰਾ ਹੈ ਸੁਰਤ ਨੂੰ ਸੱਚਖੰਡ ਤੱਕ ਲੈ ਜਾਣ ਦਾ। ਕਿਸੇ ਦੀ ਸੁਰਤ ਉੱਪਰ ਚੜ੍ਹਨੀ ਸ਼ੁਰੂ ਹੋ ਗਈ ਹੈ, ਪਹਿਚਾਣ ਕੀ ਹੋਵੇਗੀ? ਬਾਹਰੋਂ ਕੁਛ ਨਹੀਂ ਪਹਿਚਾਣ ਹੋਵੇਗੀ, ਇਤਨੀ ਮੈਂ ਅਰਜ਼ ਕਰਦੇ ਹਾਂ। ਅੰਦਰੋਂ ਹੀ ਕੁਛ ਪਹਿਚਾਣ ਹੋਵੇਗੀ। ਤੁਸੀਂ ਬਾਹਰੋਂ ਨਹੀਂ ਅੰਦਾਜ਼ਾ ਲਗਾ ਸਕਦੇ ਇਹ ਬੰਦਾ ਕਿੱਥੇ ਪਹੁੰਚਿਆ। ਹਾਂ, ਉਹਦੀ ਕੁਝ ਰਹਿਣੀ ਬਹਿਣੀ ਕਹਿਣੀ, ਇਸ ਤੋਂ ਥੋੜੇ ਜਿਹਾ ਕੁਝ ਆਸਾਰ ਜ਼ਰੂਰ ਪ੍ਰਗਟ ਹੋਣਗੇ, ਲੇਕਿਨ ਫਿਰ ਵੀ ਬਹੁਤਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹਦੀ ਸੁਰਤ ਕਿੱਥੇ ਹੈ। ਕਈ ਦਫਾ ਰਹਿਣੀ ਵੀ ਚੰਗੀ ਆਉਂਦੀ ਹੈ, ਕਹਿਣੀ ਵੀ ਚੰਗੀ ਆਉਂਦੀ ਹੈ, ਸੁਰਤ ਕਿਧਰੇ ਵੀ ਨਹੀਂ। ਐਸਾ ਵੀ ਹੈ। ਔਰ ਅਕਸਰ ਕਈ ਦਫਾ ਐਸਾ ਦੇਖਣ ਨੂੰ ਮਿਲਦਾ ਹੈ ਤੇ ਭਰਮ ਭੁਲੇਖਾ ਪੈ ਜਾਂਦਾ ਇੱਥੋਂ। ਸਾਹਿਬ ਕਹਿੰਦੇ ਨੇ ਜਿਹੜਾ ਮਨੁੱਖ ਚੱਲ ਰਿਹਾ ਹੈ, ਤੇ ਹੁਣ ਚੱਲਣ ਦਾ ਕੀ ਮਤਲਬ ਹੈ? ਕੀ ਚੱਲਣਾ ਹੈ, ਕਿਸ ਤਰ੍ਹਾਂ ਚੱਲਣਾ ਹੈ? ਸੋ ਮੈਂ ਅਰਜ਼ ਕੀਤੀ ਸੀ ਜਪ ਚੱਲਣਾ ਹੈ, ਜਾਪ ਕਰਨਾ ਚੱਲਣਾ ਹੈ, ਬਸ ਇਹੀ ਚੱਲਣਾ ਹੈ, ਹੋਰ ਕੁਛ ਨਹੀਂ। ਜ਼ਬਾਨ ਚਲਾਣੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਵਿੱਚ ਧਿਆਨ ਜੋੜਨਾ ਹੈ। ਜੋ ਐਸਾ ਕਰਦਾ ਹੈ ਉਹ ਚੱਲ ਪਿਆ, ਬਸ ਇਤਨੀ ਗੱਲ ਹੈ। ਗੱਲ ਇਤਨੀ ਹੈ ਲੇਕਿਨ ਬਹੁਤ ਵੱਡੀ ਹੈ। ਗੱਲ ਇਤਨੀ ਹੈ, ਸਿਰਫ ਜ਼ਬਾਨ ਚਲਾਉਣੀ ਹੈ, ਲੇਕਿਨ ਗੱਲ ਬਹੁਤ ਵੱਡੀ। ਕੋਈ ਕਰਦਾ ਨਹੀਂ ਔਰ ਕੋਈ ਕਰ ਨਹੀਂ ਸਕਦਾ। ਉਹ ਖਿਆਈ ਹੈ ਧੁਨ ਦੇ ਵਿੱਚ ਧਿਆਨ ਜੋੜਨਾ। ਸ਼ਬਦ ਸੁਰਤ ਦੇ ਮੇਲ ਦੇ ਉੱਤੇ ਗੁਰਮਤ ਦਾ ਗਿਆਨ ਧਿਆਨ ਖੜਾ ਹੈ। ਸ਼ਬਦ ਆਵਾਜ਼ ਸੁਰਤ ਧਿਆਨ। ਜੋ ਸ਼ਬਦ ਵਿੱਚ ਸੁਰਤ ਜੋੜ ਰਿਹਾ ਸਮਝੋ ਚੱਲ ਰਿਹਾ। ਤੇ ਸੁਰਤ ਸ਼ਬਦ ਦੇ ਕਿੱਥੇ ਤੱਕ ਆਈ ਹੈ, ਕਿੱਥੇ ਤੱਕ ਪਹੁੰਚੀ ਹੈ, ਇਹ ਕੁਝ ਅੰਦਾਜ਼ੇ ਲੱਗ ਸਕਦਾ। ਸ਼ਬਦ ਬਹੁਤ ਉੱਚਾ ਹੈ, ਬੜੀ ਗੱਲ ਹੈ ਸ਼ਬਦ ਦੀ। ਉਹ ਅਨਾਹਦ ਨਾਦ ਹੈ ਜਿੱਥੇ ਤੱਕ ਅਸੀਂ ਪਹੁੰਚਣਾ ਹੈ, ਤੇ ਆਹਤ ਸ਼ਬਦ ਦਾ ਆਸਰਾ ਲੈਣਾ ਹੈ ਬਾਹਰੋਂ ਉਚਾਰਨ ਕਰਕੇ। ਸਾਹਿਬ ਕਹਿੰਦੇ ਪਹਿਲੀ ਗੱਲ ਜਿਹੜੀ ਉਸਦੀ ਹੋਵੇਗੀ ਉਹ ਇਹ ਕਿ ਉਹਦਾ ਖਾਣਾ ਪੀਣਾ, ਉੱਠਣਾ ਬੈਠਣਾ, ਸੌਣਾ ਜਾਗਣਾ, ਹੱਸਣਾ ਰੋਣਾ ਸਭ ਮਰਿਆਦਾ ਵਿੱਚ ਹੋ ਜਾਏਗਾ, ਬੇਮਰਿਆਦਾ ਨਹੀਂ। ਤੇ ਜੋ ਆਪਣੀ ਜ਼ਿੰਦਗੀ ਦਾ ਸਹੀ ਇਸਤੇਮਾਲ ਕਰਦਾ ਹੈ ਉਹ ਹਰ ਚੀਜ਼ ਦਾ ਸਹੀ ਇਸਤੇਮਾਲ ਕਰੇਗਾ। ਇਤਨੀ ਮੈਂ ਅਰਜ਼ ਕਰਦੇ।
ਤੇ ਜੋ ਆਪਣੇ ਸਰੀਰ ਦੀ ਗਲਤ ਵਰਤੋਂ ਕਰਦਾ ਹੈ, ਆਪਣੇ ਜ਼ਬਾਨ ਦੀ ਗਲਤ ਵਰਤੋਂ ਕਰਦਾ ਹੈ, ਆਪਣੀ ਅੱਖਾਂ ਦੀ ਵੀ ਗਲਤ ਵਰਤੋਂ ਕਰਦਾ ਹੈ, ਆਪਣੇ ਕੰਨਾਂ ਦੀ ਗਲਤ ਵਰਤੋਂ ਕਰਦਾ ਹੈ, ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ। ਜੋ ਆਪਣੇ ਆਪ ਦੀ ਗਲਤ ਵਰਤੋਂ ਕਰ ਰਿਹਾ, ਬਾਕੀ ਦਾ ਕੀ ਸਹੀ ਵਰਤੋਂ ਕਰੇਗਾ। ਜੋ ਆਪਣੇ ਮਨ ਦੀ ਗਲਤ ਵਰਤੋਂ ਕਰਦਾ ਹੈ, ਜੋ ਆਪਣੇ ਦਿਮਾਗ ਦੀ ਗਲਤ ਵਰਤੋਂ ਕਰਦਾ ਹੈ, ਜੋ ਆਪਣੇ ਪੈਰਾਂ ਦੀ ਗਲਤ ਵਰਤੋਂ ਕਰਦਾ ਹੈ, ਜੋ ਆਪਣੇ ਹੱਥਾਂ ਦੀ ਗਲਤ ਵਰਤੋਂ ਕਰਦਾ ਹੈ, ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ। ਹੁਣ ਗੁਰਦੁਆਰਾ ਕਿਸ ਵਾਸਤੇ ਹੈ? ਸੁਰਤ ਚਾੜਨ ਵਾਸਤੇ। ਇਹ ਸਿਰਫ ਇਸ ਵਾਸਤੇ, ਹੋਰ ਕਿਸੇ ਵਾਸਤੇ ਨਹੀਂ। ਇਸ ਦਾ ਖੁਲਾਸਾ ਮੈਂ ਕਰ ਦਿਆਂਗਾ। ਇਹਨਾਂ ਹੀ 5 ਖੰਡਾਂ ਵਿੱਚ ਖੁਲਾਸਾ। ਇਹ ਅਸਥਾਨ ਇੱਕ ਟਕਸਾਲ ਹੈ। ਸਰਮਖੰਡ ਦੇ ਸਾਹਿਬ ਇਸ ਨੂੰ ਟਕਸਾਲ ਕਹਿੰਦੇ ਨੇ। ਘੜੀਏ ਸ਼ਬਦ ਸਚੀ ਟਕਸਾਲ। ਇਹ ਤੇ ਟਕਸਾਲ ਹੈ। ਇੱਥੇ ਘੜਨਾ ਹੈ ਆਪਣੇ ਆਪ ਨੂੰ। ਐਸਾ ਘੜਨਾ ਹੈ ਕਿ ਗੁਰੂ ਨੂੰ ਕਬੂਲ ਹੋ ਜਾਏ। ਐਸਾ ਘੜਨਾ ਹੈ ਕਿ ਗੁਰੂ ਨੂੰ ਪ੍ਰਵਾਨ ਹੋ ਜਾਏ। ਗੱਲ ਇਤਨੀ ਹੈ। ਪਰ ਧਰਮਖੰਡੀ ਮਨੁੱਖ ਦੀ ਇਹ ਪਹਿਚਾਨ ਹੈ ਕਿ ਉਹ ਆਪਣੀ ਜ਼ਬਾਨ ਦਾ ਗਲਤ ਇਸਤੇਮਾਲ ਕਰਦਾ ਹੈ, ਆਪਣੀ ਅੱਖਾਂ ਦਾ ਗਲਤ ਇਸਤੇਮਾਲ ਕਰਦਾ ਹੈ। ਜੋ ਧਰਮਖੰਡ ਤੋਂ ਥੱਲੇ ਹੈ ਮਨੁੱਖ, ਜੋ ਧਰਮਖੰਡ ਤੱਕ ਵੀ ਨਹੀਂ ਪਹੁੰਚੇ, ਉਹ ਆਪਣੇ ਪੈਰਾਂ ਦਾ ਗਲਤ ਇਸਤੇਮਾਲ ਕਰੇਗਾ, ਗਲਤ ਪਾਸੇ ਜਾਣਗੇ। ਆਪਣੇ ਹੱਥਾਂ ਦਾ ਗਲਤ ਇਸਤੇਮਾਲ ਕਰੇਗਾ, ਗਲਤ ਕੰਮ ਕਰਨਗੇ। ਆਪਣੀ ਰਸਨਾ ਦਾ ਗਲਤ ਇਸਤੇਮਾਲ ਕਰੇਗਾ, ਗਲਤ ਬੋਲੇ। ਆਪਣੇ ਦਿਮਾਗ ਦਾ ਗਲਤ ਇਸਤੇਮਾਲ ਕਰੇਗਾ, ਗਲਤ ਸੋਚੇਗੀ। ਤੇ ਜੋ ਆਪਣੇ ਜੀਵਨ ਦਾ ਹੀ ਗਲਤ ਇਸਤੇਮਾਲ ਕਰ ਰਿਹਾ ਹੈ, ਉਹ ਗੁਰਦੁਆਰੇ ਦਾ ਕੀ ਸਹੀ ਇਸਤੇਮਾਲ ਕਰ ਸਕਦਾ ਹੈ? ਕਤਈ ਨਹੀਂ ਕਰੇਗਾ। ਹੋ ਸਕਦਾ ਉੱਥੇ ਬੈਠ ਕੇ ਵੀ ਸ਼ਰਾਬ ਪੀਏ ਜਾਂ ਸ਼ਰਾਬ ਪੀ ਕੇ ਆਵੇ। ਹੋ ਸਕਦਾ ਹੈ ਉੱਥੇ ਵੀ ਤਾਸ਼ ਖੇਡੇ। ਤੋ ਤਾਸ਼ ਖੇਡਣ ਵਾਸਤੇ ਤੇ ਗੁਰਦੁਆਰਾ ਨਹੀਂ ਬਣਾਇਆ। ਤਾਸ਼ ਕਲੱਬ ਵਿੱਚ ਖੇਡੀ ਦੀ ਹੈ, ਆਪਣੇ ਘਰ ਵਿੱਚ ਖੇਡੇ। ਇੱਥੇ ਸਤਸੰਗ ਸਤਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਬਖਾਣੀਏ। ਫਿਰ ਕਹਿੰਦੇ ਸਮਾਂ ਨਹੀਂ ਪਾਸ ਹੁੰਦਾ, ਕੀ ਕਰੀਏ? ਪੁਰਖਾ ਸਮਾਂ ਪਾਸ ਨਹੀਂ ਕਰਨਾ, ਸਮੇਂ ਨੂੰ ਸਫਲ ਕਰਨਾ ਹੈ। ਜ਼ਿੰਦਗੀ ਪਾਸ ਨਹੀਂ ਕਰਨੀ, ਜ਼ਿੰਦਗੀ ਸਫਲ ਕਰਨੀ ਹੈ। ਸਮਾਂ ਪਾਸ ਕਰਨਾ ਹੈ। ਬਥੇਰੇ ਥਾਂ ਨੇ, ਥੀਏਟਰ ਨੇ, ਟੀਵੀ ਵੇਖ, ਕੋਈ ਨਾਵਲ ਪੜ੍ਹ ਲੈ, ਕਲੱਬ ਦੇ ਚਲਾ ਜਾ, ਥੀਏਟਰ ਨੇ, ਬਹੁਤ ਕੁਛ ਹੈ। ਇੱਥੇ ਤੇ ਸਮਾਂ ਸਫਲ ਕਰਨਾ, ਜ਼ਿੰਦਗੀ ਸਫਲ ਕਰਨੀ। ਔਰ ਖਿਮਾ ਕਰਨੀ। ਇੱਥੇ ਬੈਠ ਕੇ ਅਗਰ ਤਾਸ਼ ਖੇਡਣ ਲੱਗ ਪਈਏ ਸਤਸੰਗ ਨੇ, ਫਿਰ ਗੁਰਦੁਆਰਾ ਨਹੀਂ ਰਹਿ ਜਾਂਦਾ, ਕਲੱਬ, ਕੋਈ ਆਮ ਥਾਂ, ਕੋਈ ਆਮ ਗੱਲ। ਪਰ ਐਸਾ ਕਿਉਂ ਹੈ ਕਿ ਜੋ ਆਪਣੇ ਜੀਵਨ ਦੀ ਹੀ ਸਹੀ ਵਰਤੋਂ ਨਹੀਂ ਕਰੇਗਾ, ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰ ਸਕਦਾ। ਇਤਨੀ ਮੈਂ ਅਰਜ਼ ਕਰ ਰਿਹਾ। ਜੋ ਆਪਣੇ ਹੱਥਾਂ ਦੀ ਸਹੀ ਵਰਤੋਂ ਨਹੀਂ ਕਰ ਸਕਦਾ, ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ। ਜੋ ਆਪਣੀ ਜ਼ਬਾਨ ਦੀ ਸਹੀ ਵਰਤੋਂ ਨਹੀਂ ਕਰ ਸਕਦਾ, ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ। ਤੇ ਜਿਸ ਨੇ ਆਪਣੇ ਜ਼ਿੰਦਗੀ ਦੀ ਸਹੀ ਵਰਤੋਂ ਕਰ ਲਈ, ਉਹ ਗੁਰਦੁਆਰੇ ਦੀ ਵੀ ਸਹੀ ਵਰਤੋਂ ਕਰੇਗਾ। ਕਿਉਂਕਿ ਆਪਣੇ ਦੇਸ਼ ਤੋਂ ਬਾਹਰ ਜਦ ਘੁੰਮ ਫਿਰ ਕੇ ਮੈਂ ਦੇਖਿਆ, ਕੋਈ ਥੋੜੇ ਹੀ ਗੁਰਦੁਆਰੇ ਨੇ ਜਿਨ੍ਹਾਂ ਦਾ ਸਹੀ ਇਸਤੇਮਾਲ ਹੋ ਰਿਹਾ ਹੋਵੇ, ਵਰਨਾ ਨਹੀਂ ਹੈ। ਗੱਲ ਤੁਹਾਨੂੰ ਨਾ ਚੰਗੀ ਲੱਗੇ ਨਾ, ਤਾਂ ਮੇਰੀ ਕੋਈ ਬਹੁਤੀ ਐਸੀ ਇੱਛਾ ਵੀ ਨਹੀਂ ਕਿ ਤੁਹਾਨੂੰ ਚੰਗੀ ਲੱਗੇ। ਇਹ ਕੋਈ ਜ਼ਰੂਰੀ ਮੇਰੀ ਇੱਛਾ ਵੀ ਨਹੀਂ ਇਸ ਤਰ੍ਹਾਂ ਦੀ। ਵੱਧ ਤੋਂ ਵੱਧ ਇਤਨਾ ਹੀ ਹੈ ਨਾ, ਆਪਾਂ ਚੱਲਦੇ ਭਲੇ, ਤੁਸੀਂ ਵਸਦੇ ਭਲੇ। ਕੋਈ ਲੰਬੀ ਚੌੜੀ ਗੱਲ ਤਾਂ ਹੈ ਨਹੀਂ, ਕੋਈ ਝਗੜਾ ਥੋੜੀ ਕਰਨਾ, ਕੋਈ ਮੁਕੱਦਮੇਬਾਜ਼ੀ ਥੋੜੀ ਕਰਨੀ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਆਪਣੇ ਦੇਸ਼ ਤੋਂ ਬਾਹਰ, ਭਾਰਤ ਤੋਂ ਬਾਹਰ ਧਰਮ ਮੰਦਿਰਾਂ ਦਾ ਸਹੀ ਇਸਤੇਮਾਲ ਨਹੀਂ ਹੈ। ਤੇ ਜੇ ਧਰਮ ਮੰਦਿਰ ਦਾ ਵੀ ਸਹੀ ਇਸਤੇਮਾਲ ਨਹੀਂ, ਤੇ ਫਿਰ ਕੀ? ਇੱਕ ਕਲੱਬ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜੋ ਕਲੱਬ ਦਾ ਵਿਧਾਨ ਹੈ। ਇੱਕ ਥੀਏਟਰ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਾਸਤੇ ਕਿ ਥੀਏਟਰ ਬਣਾਇਆ ਗਿਆ। ਪਰ ਇੱਕ ਗੁਰਦੁਆਰੇ ਦਾ ਉਸ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਂਦਾ ਜਿਸ ਵਾਸਤੇ ਕਿ ਬਣਾਇਆ ਗਿਆ। ਜਿਸ ਢੰਗ ਵਾਸਤੇ ਬਣਾਇਆ ਗਿਆ, ਕਿਸ ਵਾਸਤੇ ਬਣਾਇਆ? ਸਿਰਫ ਸੱਚ ਤੱਕ ਪਹੁੰਚਣ ਵਾਸਤੇ। ਕਿਸ ਵਾਸਤੇ ਬਣਾਇਆ? ਸਿਰਫ ਸੱਚ ਤੱਕ ਪਹੁੰਚ ਸਕੀਏ। ਲੱਖਾਂ ਡਾਲਰ ਖਰਚ ਕਰਦੇ ਨੇ, ਇੰਨਾ ਸਿਲਸਿਲਾ ਬਣਾਇਆ, ਤੇ ਕਿਸ ਵਾਸਤੇ? ਸੱਚ ਤੱਕ ਪਹੁੰਚਣ ਵਾਸਤੇ। ਤੇ ਮੈਂ ਫਿਰ ਅਰਜ਼ ਕਰਾਂ, ਜੇ ਜੀਵਨ ਦਾ ਸਹੀ ਇਸਤੇਮਾਲ ਨਹੀਂ ਤਾਂ ਫਿਰ ਗੁਰਦੁਆਰੇ ਦਾ ਵੀ ਸਹੀ ਇਸਤੇਮਾਲ ਨਹੀਂ। ਜੇ ਜ਼ਿੰਦਗੀ ਦੀ ਸਹੀ ਵਰਤੋਂ ਨਹੀਂ ਤਾਂ ਫਿਰ ਗੁਰਦੁਆਰੇ ਦੀ ਵੀ ਸਹੀ ਵਰਤੋਂ ਨਹੀਂ। ਔਰ ਹਿੰਦੁਸਤਾਨ ਵਿੱਚ ਇਤਨੀ ਗੱਲ ਤੇ ਮੰਨਣੀ ਪੈਣੀ ਹੈ, ਧਨ ਦੀ ਦੁਨੀਆ 'ਚ ਜ਼ਰੂਰ ਪਛੜਿਆ ਹੋਇਆ ਹੈ, ਧਰਮ ਦੀ ਦੁਨੀਆ 'ਚ ਨਹੀਂ ਪਛੜਿਆ। ਇਤਨੀ ਮੈਂ ਅਰਜ਼ ਕਰ ਰਿਹਾ। ਕੋਈ ਮਨੁੱਖ ਗੁਰਦੁਆਰਿਆਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਅਗਰ ਕਰੇ, ਉੱਥੇ ਉਸੇ ਵਕਤ ਰੋਕ ਦਿੱਤਾ ਜਾਂਦਾ, ਉਸੇ ਵਕਤ।
ਕੋਈ ਮਨੁੱਖ ਧਰਮ ਮੰਦਰਾਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਸਨਾਤਨੀ ਮੰਦਰ ਹੋਵਨ, ਗੁਰੂ ਘਰ ਦੇ ਅਸਥਾਨ ਹੋਵਨ, ਜੈਨ ਮੰਦਰ ਹੋਵਨ, ਬੌਧ ਮੰਦਰ ਹੋਵਨ, ਮੰਦਰ ਸਿਰਫ ਬਣੇ ਨੇ ਪ੍ਰਭੂ ਨਾਲ ਜੁੜਨ ਵਾਸਤੇ, ਪਰਮਾਤਮਾ ਨਾਲ ਜੁੜਨ ਵਾਸਤੇ। ਹੋਰ ਕੁਝ ਕਰਨਾ ਹੈ ਬੜੇ ਗੁਰਦੁਆਰਾ ਬਣਿਆ ਹੈ ਸਿਰਫ ਗੁਰੂ ਤੱਕ ਪਹੁੰਚਣ ਵਾਸਤੇ। ਗੁਰਦੁਆਰਾ ਬਣਿਆ ਹੈ ਸਿਰਫ ਸੱਚ ਤੱਕ ਪਹੁੰਚਣ ਵਾਸਤੇ। पर जे गुरुद्वारे का सही इस्तेमाल नहीं तो इतनी गल जरूर है कि उसने अपनी जिंदगी का भी सही इस्तेमाल नहीं किया। तो क्यों नहीं किया? जाप है ही नहीं। अगर जाप होवे तो मन गुरुद्वारे की बेदबी नहीं करेगा। इतनी मैं अर्ज कर दिया। अदब नाल आवेगा, अदब नाल बैठेगा, अदब नाल सुनेगा, अदब नाल सारे कर्म करेगा। और अदब ही बुजुर्गी का, बुजुर्ग के सत्कार का पहला चिन्ह है। अदब, अदब पहला करीना है मोहब्बत के करीनों में। इकबाल ने साफ कह देता। अदब, गुरु नाल प्यार है अदब, परमात्मा नाल प्यार है अदब। जिथे बेअदबी है उत्थे एक गल ते मनुख ने मन लई कि मैथों वड्डा नहीं, कोई अदब करने की लोड़ नहीं। अदब बंदा किसदा करदा है? अपने तो वड्डे दा। ते जे बेअदबी तो इतनी गल तो स्पष्ट हो गई, गुरु कोई वड्डा नहीं, गुरुद्वारा कोई वड्डा नहीं, असीं गलत इस्तेमाल कर सकते, बेअदबी करनी है। भाई साहब भाई गुरदास जी का एक सवैया मैं थोड़े सामने रखा। भाई साहब कहते ने, बाहर की अगन बूझत जल सरता के नाव में जो आग लागे कैसे कह बुझाइए। मकान नू अग लग जाए, दुकान नू अग लग जाए ते पानी नाल बुझावांगे, ते भाई जी कहते पानी नू अग लग जाए फिर की करिए? फिर किस तरह बुझाइए? चोरन के त्रास ओट लीजिए तो कोट गढ़, गढ़ में जो लूट लीजिए कहां कत जाइए। चोरां तो भजदे हो, डाकुआं तो बचदे हुए चले जाइए थाने तो उत्थे पुलिस ही लुट लवे, फिर कित्थे जाइए? फिर किहड़े पासे जाइए? भाई साहब कहते ने, तैसे माया डर डरपत हार जो गुरुद्वारे आवे, कहां जो व्यापे माया कहां ठहराइए। दुनिया के कलेशां तो डरदे हुए, दुनिया के विकारां तो डरदे हुए, दुनिया के अनर्थ तो डरदे हुए आइए गुरुद्वारे, ते गुरुद्वारे भी अनर्थ करन लगी तो फिर कित्थे जावांगे? ते पानी विच अग लग गई, ते किस तरह बुझाइए? ते पानी च अग लग गई। जे गुरुद्वारे भी अनर्थ करना है तो मैं इतनी अर्ज कर दिया, गुरुद्वारा ना कोई प्लेग्राउंड है, ना ये क्लब है, ना ये थिएटर है। इत्थे कोई इंद्रियां दा रस नहीं, इत्थे कोई मनोरंजन नहीं। इत्थे अखां दा रस लैण वास्ते नहीं आना, ते ना ही गुरबाणी अखां दा रस है, ना जबान दा ये रस है, ना ये कन्नां दा रस है, ना ये खलड़ी दा रस है, ये आत्मा दा रस है। हुण आत्मा का रस मानने वास्ते इतनी गल स्पष्ट है कि मनुख अपने जीवन का सही इस्तेमाल करे। कादर करीम ने बहुत वड्डी बख्शिश सानू ये शरीर दिता है, एक काया दिती है, तो इस काया का सही इस्तेमाल करना, इसका सही प्रयोग करना है। साहिब कहते ने, जो काया का सही प्रयोग करता है वो बंदा धर्मखंडी है, पहुंच गया पहली स्टेज पे, पहुंच गया पहली हालत पे। हुण जपदियां जपदियां इसने दूजी हालत विच पहुंचना है। दूजी हालत ज्ञान खंड, प्रकाश का खंड, सूझ समझ का खंड, चानण का खंड। उत्थे मनुख का पुजारी नहीं रह जाता, व्यक्ति का पुजारी नहीं रह जाता। उहदे वास्ते ऐसा प्रतीत होता है कि अवतार भी तुच्छ ने। सतगुरु की बाणी ऐसा कहती है कि रब नाल जुड़न वास्ते अगर अवतार भी दीवार बने तो उन्होंने एक पासे कर दो। वो भी क्यों दीवार बने? भगत कबीर कहने ने, तुम जो कहत हो नंद को नंदन, नंद को नंदन काको रे।
ਤੁਸੀਂ ਕਹਿੰਦੇ ਹੋ ਨੰਦ ਦਾ ਨੰਦਨ ਭਾਵ ਕ੍ਰਿਸ਼ਨ ਭਗਵਾਨ ਹੈ, ਪਰਮਾਤਮਾ ਹੈ, ਨੰਦ ਦਾ ਨੰਦਨ, ਨੰਦ ਦਾ ਪੁੱਤਰ ਸੀ। ਤਾਂ ਫਿਰ ਨੰਦ ਕਿਸ ਦਾ ਨੰਦਨ ਹੈ? ਫਿਰ ਉਹ ਨੰਦਨ ਕਿਸ ਦਾ ਨੰਦਨ ਹੈ? ਗੱਲ ਕਿੱਥੇ ਮੁਕਾਓਗੇ? ਗੱਲ ਕਿੱਥੇ ਖਤਮ ਕਰੋਗੇ? ਭਾਈ ਗੁਰਦਾਸ ਜੀ ਦਾ ਇੱਕ ਗਿਆਨ ਖੰਡ ਦਾ ਸਵਈਆ ਮੈਂ ਤੁਹਾਨੂੰ ਸਰਵਣ ਕਰਾਵਾਂ ਤੇ ਫਿਰ ਸਰਮ ਖੰਡ ਦੀ ਗੱਲ ਕਰੀਏ। ਗਿਆਨ ਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਨੂੰ ਰੱਬ ਨਹੀਂ ਮੰਨੇਗਾ, ਕਿਉਂਕਿ ਜੇ ਮਨੁੱਖ ਨੂੰ ਰੱਬ ਮੰਨ ਲਈਏ ਤੇ ਮਨੁੱਖ ਦਾ ਜਨਮ ਵੀ ਹੈ, ਉਹਦਾ ਮਰਨ ਵੀ ਹੈ, ਫਿਰ ਰੱਬ ਦਾ ਜਨਮ ਵੀ ਹੋ ਗਿਆ, ਰੱਬ ਦਾ ਮਰਨ ਵੀ ਹੋ ਗਿਆ। ਤੇ ਸੋ ਮੁਖ ਜਲੇ ਜਿਤ ਕਹੇ ਠਾਕਰ ਜੋਨੀ, ਉਹਦੀ ਰਸਨਾ ਜਲ ਜਾਣੀ ਚਾਹੀਦੀ ਹੈ। ਜਿਹੜਾ ਕਹਿੰਦਾ ਰੱਬ ਜੰਮ ਪਿਆ, ਪਰਮਾਤਮਾ ਦਾ ਜਨਮ ਹੋਇਆ। ਗਿਆਨ ਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਨੂੰ ਰੱਬ ਨਹੀਂ ਮੰਨੇਗਾ। ਇਹ ਠੀਕ ਹੈ ਕਿ ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਚ, ਸਭ ਮੇਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੇਂ ਚਾਨਣ ਹੋਏ। ਘਰ ਦੇ ਚ ਪ੍ਰਕਾਸ਼ ਆਇਆ ਹੈ, ਚਾਨਣਾ ਆਇਆ ਹੈ, ਠੀਕ ਹੈ ਚਾਨਣਾ ਆਇਆ ਹੈ, ਪਰ ਹੁਣ ਕੋਈ ਆਖੇ ਸਾਰੇ ਦਾ ਸਾਰਾ ਸੂਰਜ ਮੇਰੇ ਘਰ ਦੇ ਚ ਆ ਗਿਆ, ਇਹ ਕਿਸ ਤਰ੍ਹਾਂ ਮੰਨ ਲਈਏ? ਨਹੀਂ ਆ ਸਕਦਾ। ਜ਼ਮੀਨ ਨਾਲੋਂ 60,000 ਗੁਣਾ ਵੱਡਾ ਹੈ ਸੂਰਜ, ਤੇਰੇ ਘਰ ਦੇ ਚ ਕਿਸ ਤਰ੍ਹਾਂ ਆਏਗਾ? ਉਹਦਾ ਨੂਰ ਆ ਸਕਦਾ, ਉਹਦਾ ਪ੍ਰਕਾਸ਼ ਆ ਸਕਦਾ, ਉਹਦੀ ਧੁੱਪ ਆ ਸਕਦੀ ਹੈ। ਸੂਰਜ ਤੇਰੇ ਨਿੱਕੇ ਜਿਹੇ ਮਕਾਨ ਵਿੱਚ ਨਹੀਂ ਆ ਸਕਦਾ, ਉਹ ਤੇ ਸਮੁੱਚੀ ਧਰਤੀ ਵਿੱਚ ਵੀ ਨਹੀਂ ਆ ਸਕਦਾ, ਜ਼ਮੀਨ ਵੀ ਛੋਟੀ ਉਸ ਵਾਸਤੇ। ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ, ਉਸਦੀ ਝਲਕ ਤੇਰੇ ਅੰਦਰ ਆ ਸਕਦੀ, ਉਹਦੀ ਅੰਸ਼ ਤੇਰੇ ਅੰਦਰ ਆ ਸਕਦੀ, ਪੂਰੇ ਦਾ ਪੂਰਾ ਨਹੀਂ। ਇਸ ਵਾਸਤੇ ਗਿਆਨ ਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਨੂੰ ਰੱਬ ਨਹੀਂ ਮੰਨਦਾ।